हाँ जी, नमस्कार जी। मैं डॉक्टर प्रतिमा गुप्ता, ओनर ऑफ मानस हॉस्पिटल ਸੱਭੂ ਚੌਕ ਲੁਧਿਆਣਾ ਤੋਂ ਬੋਲ ਰਹੀ ਹਾਂ। ਸਾਡੇ ਹਸਪਤਾਲ ਵਿੱਚ ਸਾਰੀ ਦਿਮਾਗੀ ਬਿਮਾਰੀਆਂ ਦਾ ਤੇ ਨਸ਼ੇ ਦੀ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਇਹ ਹਸਪਤਾਲ 2018 ਵਿੱਚ ਬਣਿਆ ਸੀ। ਇਹ ਡਾਕਟਰ ਰਾਜੀਵ ਗੁਪਤਾ ਜੋ ਮੇਰੇ ਹਸਬੈਂਡ ਸੀ, ਵੈਲ ਨੋਨ ਸਾਈਕੈਟ੍ਰਿਸਟ ਆਫ ਨਾਰਥ ਇੰਡੀਆ, ਉਹਨਾਂ ਨੇ ਬਣਾਇਆ ਸੀ। ਬਟ ਅਨਫੋਰਚੂਨੇਟਲੀ ਸਾਡੇ ਵਿੱਚ ਨਹੀਂ ਹੈ ਅੱਜ। ਬਟ ਉਹਨਾਂ ਦੇ ਹੀ ਟ੍ਰੇਨ ਕੀਤੇ ਉਹਨਾਂ ਦੇ ਦੋ ਬੇਟੇ ਡਾਕਟਰ ਅੰਸ਼ੂ ਮਹਾਜਨ, ਡਾਕਟਰ ਅਕਸ਼ਿਤ ਮਹਾਜਨ ਇੱਥੇ ਸਾਈਕੈਟ੍ਰਿਸਟ ਹੈ ਜੋ ਕਿ ਸਾਰੀ ਮਾਨਸਿਕ ਬਿਮਾਰੀਆਂ ਦਾ ਇਲਾਜ ਕਰਦੇ ਆ। ਸਾਡੀ ਹਸਪੀਟਲ ਦੀ ਟੀਮ ਵਿੱਚ ਸਾਡੇ ਦੋ ਬੜੇ ਪੰਚ ਹੋਏ ਸਾਈਕੋਲੋਜਿਸਟ ਵੀ ਹੈ ਜਿਹੜੇ ਕਿ ਬੜੀ ਅੱਛੀ ਕਾਉਂਸਲਿੰਗ ਕਰਦੇ ਨੇ ਐਂਡ ਪੇਸ਼ੈਂਟ ਨੂੰ ਬਿਲਕੁਲ ਖੁਸ਼ ਕਰਕੇ ਭੇਜਦੇ ਨੇ। ਬਿਕੋਜ਼ ਮਾਨਸਿਕ ਬਿਮਾਰੀਆਂ ਦਾ ਕੀ ਹੁੰਦਾ ਕਿ ਜ਼ਰੂਰੀ ਨਹੀਂ ਕਿ ਖਾਲੀ ਦਵਾਈਆਂ ਦੇ ਨਾਲ ਹੀ ਕੰਫਰਟ ਮਿਲੇ, ਉਹਨਾਂ ਨੂੰ ਕਈ ਵਾਰੀ ਕਾਉਂਸਲਿੰਗ ਨਾਲ ਲੋੜ ਪੈਂਦੀ ਹੈ, ਨਾਲ ਦਵਾਈਆਂ ਦੀ, ਕਈ ਵਾਰੀ ਦਵਾਈਆਂ ਦੀ ਵੀ ਲੋੜ ਨਹੀਂ ਹੁੰਦੀ। ਬਿਕੋਜ਼ ਜਿਹੜੀ ਆਮ ਸਮੱਸਿਆ ਹੈ ਉਸ ਵਿੱਚ ਛੋਟੀ ਛੋਟੀ ਸਮੱਸਿਆ ਸਾਨੂੰ ਸਾਰਿਆਂ ਨੂੰ ਹੁੰਦੀ ਹੈ। ਤੇ ਕਈ ਵਾਰੀ ਛੋਟੀ ਛੋਟੀ ਸਮੱਸਿਆ ਹੀ ਕਿਸੇ ਨਾਲ ਗੱਲ ਕਰਕੇ ਜਾਂ ਬਿਕੋਜ਼ ਅੱਜ ਕੱਲ੍ਹ ਗੱਲ ਕਰਨ ਵਾਸਤੇ ਸਾਨੂੰ ਆਸ-ਪਾਸ ਕੋਈ ਮਿਲਦਾ ਨਹੀਂ, ਐਵਰੀਵਨ ਇਜ਼ ਬਿਜ਼ੀ, ਸਾਰੇ ਵਰਕਿੰਗ ਹੈਗੇ, ਪੇਰੈਂਟਸ ਵਰਕਿੰਗ ਹੈ, ਬੱਚਿਆਂ ਨੂੰ ਆਪਣੀ ਸਮੱਸਿਆ ਦੱਸਣ ਨੂੰ ਕੋਈ ਨਹੀਂ। ਸੋ ਇਹਨਾਂ ਕੇਸਿਸ ਵਿੱਚ ਕਾਉਂਸਲਰ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ। ਕਾਉਂਸਲਰ ਕੋਲ ਆ ਕੇ ਤੁਸੀਂ ਆਪਣੇ ਮਨ ਦੀ ਗੱਲ ਕਰੋ, ਅੱਧੇ 50% ਤਾਂ ਬਿਮਾਰੀ ਉਹੀ ਦੂਰ ਹੋ ਜਾਂਦੀ ਹੈ। ਅੱਜ ਕੱਲ੍ਹ ਜਿਸ ਤਰ੍ਹਾਂ ਮੋਬਾਈਲ ਦੀ ਐਡਿਕਸ਼ਨ ਬਹੁਤ ਵੱਧ ਗਈ ਹੈ, ਸੋ ਛੋਟੇ ਛੋਟੇ ਬੱਚੇ ਵੀ ਮੋਬਾਈਲ ਤੇ ਲੱਗੇ ਹੁੰਦੇ ਨੇ ਤੇ ਜਿਹੜੀ ਚੀਜ਼ਾਂ ਉਹਨਾਂ ਨੂੰ ਨਹੀਂ ਵੀ ਦੇਖਣੀ ਚਾਹੀਦੀਆਂ ਅੰਦਰ ਸੋਸ਼ਲ ਮੀਡੀਆ, ਉਹ ਉਹਨਾਂ ਨੂੰ ਐਕਸਪੋਜ਼ ਹੋ ਜਾਂਦੇ ਨੇ, ਜਿਹੜੀ ਕਿ ਉਹਨਾਂ ਦੇ ਦਿਮਾਗ ਤੇ ਅੱਛਾ ਪ੍ਰਭਾਵ ਨਹੀਂ ਪਾਉਂਦੀਆਂ। ਹੁਣ ਕਈ ਛੋਟੇ ਬੱਚੇ ਹੁੰਦੇ ਨੇ ਜਿਸ ਤਰ੍ਹਾਂ ਬਹੁਤ ਰੈਸਟਲੈਸ ਹੈ, ਉਹ ਟਿਕ ਕੇ ਨਹੀਂ ਬੈਠਦੇ, ਅਸੀਂ ਉਹਨਾਂ ਦਾ ਵੀ ਇਲਾਜ ਕਰਦੇ ਹਾਂ, ਉਹਨਾਂ ਨੂੰ ਐਸੀ ਗੇਮਸ, ਐਸੀ ਚੀਜ਼ਾਂ 'ਚ ਅੰਗੇਜ ਕਰਦੇ ਹਾਂ ਕਿ ਉਹ ਟਿਕ ਕੇ ਬੈਠ ਜਾਣ ਤੇ ਉਹਨਾਂ ਦੀ ਉਹ ਪ੍ਰੋਬਲਮ ਠੀਕ ਹੋ ਜਾਏ, ਸਕੂਲ 'ਚ ਉਹਨਾਂ ਦੀ ਪਰਫਾਰਮੈਂਸ ਠੀਕ ਹੋ ਜਾਏ। ਅੱਜ ਕੱਲ੍ਹ ਜਿਹੜਾ ਜ਼ਿਆਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਹੈ, ਸਟ੍ਰੈਸ ਬਹੁਤ ਵੱਧ ਰਿਹਾ ਬਿਕੋਜ਼ ਕੰਪੀਟੀਟਿਵ ਵਰਲਡ ਹੈ। ਹੁਣ ਉਸ ਸਟ੍ਰੈਸ ਦਾ ਕਾਰਨ ਇਹ ਵੀ ਹੈ ਕਿ ਅਸੀਂ ਕੋਈ ਐਕਸਰਸਾਈਜ਼ ਨਹੀਂ ਕਰਦੇ, ਅਸੀਂ ਕੋਈ ਆਪਸ ਵਿੱਚ ਫਰੈਂਡਸ ਨਾਲ ਮਿਕਸਅਪ ਨਹੀਂ ਹੁੰਦੇ, ਸਾਰਾ ਦਿਨ ਕੰਮ ਕੰਮ ਕੰਮ, ਇੱਕ ਆਫਿਸ ਦੀ ਚੇਅਰ ਤੇ ਬੈਠ ਕੇ, ਉਹ ਬਹੁਤ ਟੈਕਸਿੰਗ ਹੋ ਜਾਂਦਾ ਹੈ। ਫਿਰ ਡਿਪਰੈਸ਼ਨ, ਇਹ ਸਾਰਾ ਸਟ੍ਰੈਸ ਸਾਨੂੰ ਡਿਪਰੈਸ਼ਨ ਤੇ ਲੈ ਜਾਂਦਾ ਹੈ। ਆਪਸ 'ਚ ਅੱਜ ਕੱਲ੍ਹ ਹਸਬੈਂਡ ਵਾਈਫ ਵੀ ਬੜਾ ਤਣਾਅ ਰਹਿੰਦਾ, ਉਹ ਐਜ਼ ਅ ਵਨ ਯੂਨਿਟ ਕੰਮ ਨਹੀਂ ਕਰਦੇ, ਉਹਨਾਂ 'ਚ ਆਪਸ 'ਚ ਇੱਕ ਕੰਪੀਟੀਸ਼ਨ ਹੈ। ਬਟ ਤੁਸੀਂ ਦੇਖਿਆ ਹੋਏਗਾ ਆਪਸ 'ਚ ਕਹਿਣਗੇ ਸਾਨੂੰ ਸਪੇਸ ਚਾਹੀਦੀ ਹੈ। ਸਾਡੇ ਜ਼ਮਾਨੇ 'ਚ ਅਸੀਂ ਕਦੀ ਨਹੀਂ ਸੋਚਿਆ ਕਿ ਹਸਬੈਂਡ ਵਾਈਫ 'ਚ ਵੀ ਕਦੀ ਸਪੇਸ ਹੋਣੀ ਚਾਹੀਦੀ, ਬਟ ਅੱਜ ਕੱਲ੍ਹ ਬਿਕੋਜ਼ ਜਨਰੇਸ਼ਨ ਨਿਊ ਹੈ, ਉਹਨੂੰ ਸਪੇਸ ਚਾਹੀਦੀ, ਆਪਸ 'ਚ ਕੰਪੀਟੀਸ਼ਨ ਹੈ। ਸੋ ਹਸਬੈਂਡ ਵਾਈਫ ਦੇ ਆਪਸ 'ਚ ਰਿਲੇਸ਼ਨ 'ਚ ਬਹੁਤ ਤਣਾਅ ਹੈ, ਐਕਸਟਰਾ ਮੈਰਿਟਲ ਅਫੇਅਰਸ ਬਹੁਤ ਹੈ, ਟੀਨਏਜਰਸ ਦੀ ਬੜੀ ਪ੍ਰੋਬਲਮ ਹੈ, ਨਸ਼ੇ ਦੀ ਪ੍ਰੋਬਲਮ ਤਾਂ ਹੈ ਹੀ ਹੈ। ਸੋ ਮੇਰਾ ਇਹ ਕਹਿਣਾ ਹੈ ਕਿ ਪੇਰੈਂਟਸ ਨੂੰ, ਚਾਹੇ ਬਿਕੋਜ਼ ਅੱਜ ਕੱਲ੍ਹ ਵਰਕਿੰਗ ਪੇਰੈਂਟਸ ਹੈ, ਮਹਿੰਗਾਈ ਇੰਨੀ ਜ਼ਿਆਦਾ ਹੈ, ਸੋ ਬੋਥ ਦ ਪੇਰੈਂਟਸ ਆਰ ਵਰਕਿੰਗ ਟੂ ਅਰਨ ਦੇਅਰ ਲਾਈਵਲੀਹੁੱਡ। ਬਟ ਫਿਰ ਵੀ ਅਸੀਂ ਥੋੜਾ ਬਹੁਤਾ ਜੇ ਬੱਚਿਆਂ ਨੂੰ ਐਕਸਟਰਾ ਧਿਆਨ ਦਈਏ ਇਸ ਪਾਸੇ ਕਿ ਕਿਧਰੇ ਤੁਹਾਡਾ ਬੱਚਾ ਜ਼ਿਆਦਾ ਟਾਈਮ ਤੇ ਨਹੀਂ ਲਗਾ ਰਿਹਾ ਬਾਥਰੂਮ 'ਚ, ਜ਼ਿਆਦਾ ਚਿੜਚਿੜਾ ਤਾਂ ਨਹੀਂ ਹੋ ਗਿਆ, ਸਕੂਲ 'ਚ ਉਸਦੀ ਪਰਫਾਰਮੈਂਸ ਸਡਨਲੀ ਫਾਲ ਤਾਂ ਨਹੀਂ ਕਰਦੀ, ਤੇ ਹਮੇਸ਼ਾ ਸਾਨੂੰ ਦੇਖਣਾ ਚਾਹੀਦਾ ਹੈ ਉਸਦੀ ਸੰਗਤ ਤੋਂ ਦੇਖੀਏ, ਉਸਦੇ ਆਸ-ਪਾਸ ਤੋਂ ਦੇਖੀਏ, ਕਿਧਰੇ ਕੋਈ ਨਸ਼ਾ ਤਾਂ ਨਹੀਂ ਕਰ ਰਿਹਾ, ਕਿਧਰੇ ਜ਼ਿਆਦਾ ਤਾਂ ਨਹੀਂ ਸੋ ਰਿਹਾ, ਕਿਧਰੇ ਜ਼ਿਆਦਾ ਤਾਂ ਨਹੀਂ ਗੁੱਸਾ ਕਰ ਰਿਹਾ। ਸੋ ਮੈਂ ਇਹੀ ਸੁਜੈਸਟ ਕਰਾਂਗੀ, ਪਰ ਮੈਂ ਇਹ ਐਡਵਾਈਸ ਵੀ ਕਰਾਂਗੀ ਕਿ ਸਾਨੂੰ ਮੋਬਾਈਲ ਘੱਟ ਤੋਂ ਘੱਟ ਟਾਈਮ ਬਿਤਾਉਣਾ ਚਾਹੀਦਾ। ਐਜ਼ ਅਡਲਟਸ ਆਲਸੋ ਬੱਚਿਆਂ ਨੂੰ ਤਾਂ ਜਲਦੀ ਅਸੀਂ ਮੋਬਾਈਲ ਨਾ ਦਈਏ, ਬਿਕੋਜ਼ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਚੀਜ਼ਾਂ ਆਉਂਦੀਆਂ, ਦੇ ਆਰ ਨਾਟ ਮੈਂਟ ਫॉर ਚਿਲਡਰਨ। ਤੇ ਜਦੋਂ ਅਸੀਂ ਆਪਸ 'ਚ ਕਮਿਊਨੀਕੇਟ ਕਰਾਂਗੇ, ਇੱਕ ਹੁੰਦਾ ਨਾ ਰੀਅਲ ਲਾਈਫ ਤੇ ਰੀਅਲ ਲਾਈਫ ਜਿਹੜੇ ਸਾਡੇ ਰੀਅਲ ਕਰੈਕਟਰਸ ਆਸ-ਪਾਸ ਬੈਠੇ ਆ, ਅਸੀਂ ਉਹਨਾਂ ਨਾਲ ਜ਼ਿਆਦਾ ਕਮਿਊਨੀਕੇਟ ਕਰੀਏ ਰਾਦਰ ਕਿ ਅਸੀਂ ਮੋਬਾਈਲ 'ਚ ਕਮਿਊਨੀਕੇਟ ਕਰੀਏ। ਅਸੀਂ ਐਕਸਰਸਾਈਜ਼ ਕਰੀਏ, ਸਵੇਰੇ ਉੱਠ ਕੇ ਸੈਰ ਕਰੀਏ, ਸ਼ਾਮ ਨੂੰ ਸੈਰ ਕਰੀਏ, ਐਕਸਰਸਾਈਜ਼ 'ਚ ਆਪਣਾ ਟਾਈਮ ਬਿਤਾਈਏ, ਬਿਕੋਜ਼ ਇਹ ਐਕਸਰਸਾਈਜ਼ ਨਾਲ ਜਿਹੜੇ ਸੈਰ ਕਰਨ ਨਾਲ ਨੈਚੁਰਲ ਹਾਰਮੋਨਸ ਸਾਡੀ ਬੋਡੀ 'ਚੋਂ ਨਿਕਲਦੇ ਨੇ, ਜਿਹੜੇ ਸਾਨੂੰ ਖੁਸ਼, ਸਾਡਾ ਮਾਈਂਡ ਖੁਸ਼ ਕਰਦੇ ਨੇ। ਡਾਇਟ ਵੀ ਸਾਨੂੰ ਹੈਲਦੀ ਡਾਇਟ ਲੈਣੀ ਚਾਹੀਦੀ, ਜਿਹੜਾ ਅੱਜ ਕੱਲ੍ਹ ਜੰਕ ਫੂਡ ਵਗੈਰਾ ਹੈ, ਉਹ ਸਾਨੂੰ ਘੱਟ ਖਾਣਾ ਚਾਹੀਦਾ ਹੈ। ਨੋਰਮਲ ਜਿਸ ਤਰ੍ਹਾਂ ਦੇ ਪ੍ਰੋਪਰ ਪ੍ਰੋਟੀਨਸ, ਕਾਰਬੋਹਾਈਡਰੇਟਸ, ਥੋੜ੍ਹੀ ਬਹੁਤੀ ਫੈਟ, ਫਰੂਟਸ, ਹਰੀ ਸਬਜ਼ੀਆਂ, ਇਹ ਸਾਨੂੰ ਖਾਣੀ ਚਾਹੀਦੀਆਂ ਰਾਦਰ ਕਿ ਬਰਗਰ ਵਗੈਰਾ, ਇਹ ਸਾਰਾ ਬਾਹਰ ਦੇ ਵੈਸਟਰਨ ਸੁਸਾਇਟੀ ਤੋਂ ਆਇਆ, ਜਿਹੜੀ ਕਿ ਅੱਜ ਕੱਲ੍ਹ ਬਹੁਤ ਅੱਛੀ ਗੱਲ ਹੈ ਕਿ ਵੈਸਟਰਨ ਸੁਸਾਇਟੀ ਵੀ ਸਾਡਾ ਇੰਡੀਅਨ ਕਲਚਰ ਅਪਣਾ ਰਹੀ ਹੈ। ਸੋ ਅਸੀਂ ਕਿਉਂ ਆਪਣਾ ਕਲਚਰ ਭੁੱਲ ਜਾਈਏ ਤੇ ਉਹਨਾਂ ਦਾ ਅਪਣਾਈਏ ਜਿਹੜਾ ਕਿ ਅੱਛਾ ਨਹੀਂ ਹੈ। ਆਪਸ 'ਚ ਕਿਸੇ ਵੀ ਪ੍ਰੋਬਲਮ ਦੀ, ਜੋ ਵੀ ਆਪਸ 'ਚ ਪ੍ਰੋਬਲਮ ਹੈ, ਇੰਟਰਪਰਸਨਲ ਰਿਲੇਸ਼ਨਸ਼ਿਪ, ਅਸੀਂ ਆਪਸ 'ਚ ਸੋਲਵ ਕਰ ਲਈਏ ਰਾਦਰ ਕਿ ਜਦੋਂ ਅਸੀਂ ਕਮਿਊਨੀਕੇਟ ਨਹੀਂ ਕਰਦੇ ਪ੍ਰੋਬਲਮਸ ਵੱਧ ਜਾਂਦੀਆਂ। ਸੋ ਸਾਡੇ ਹਸਪਤਾਲ 'ਚ ਅਸੀਂ ਪੇਸ਼ੈਂਟ ਦਾਖਲ ਵੀ ਕਰਦੇ ਹਾਂ, ਜਿਹੜੇ ਦਾਖਲ ਹੋਏ ਪੇਸ਼ੈਂਟ ਹੈ ਅਸੀਂ ਉਹਨਾਂ ਨੂੰ ਖਾਣਾ ਪ੍ਰੋਵਾਈਡ ਕਰਦੇ ਹਾਂ, ਉਹਨਾਂ ਦੇ ਅਟੈਂਡੈਂਟ ਨੂੰ ਵੀ ਖਾਣਾ ਪ੍ਰੋਵਾਈਡ ਕਰਦੇ ਹਾਂ, ਬਿਕੋਜ਼ ਮੇਰੇ ਹਸਬੈਂਡ ਦਾ ਇਹ ਮੰਨਣਾ ਸੀ ਕਿ ਜਿਹੜਾ ਪੇਸ਼ੈਂਟ ਆਇਆ ਸਾਡੇ ਕੋਲ ਉਹ ਦੁਖੀ ਬੰਦਾ ਹੈ ਐਂਡ ਉਸਦਾ ਅਟੈਂਡੈਂਟ ਨੂੰ ਤਾਂ ਹੋਰ ਹੀ ਪ੍ਰੋਬਲਮਸ ਹੈ। ਸੋ ਸਾਡਾ ਮਕਸਦ ਹੈ ਪੇਸ਼ੈਂਟ ਨੂੰ ਵੀ ਖੁਸ਼ ਕਰਨਾ, ਠੀਕ ਤੇ ਕਰਨਾ ਹੈ ਹੀ ਹੈ, ਬਟ ਉਹਨੂੰ ਸੈਟਿਸਫਾਈ ਰੱਖਣਾ ਐਂਡ ਅਟੈਂਡੈਂਟ ਨੂੰ ਸੈਟਿਸਫਾਈ ਕਰਨਾ ਬੜਾ ਜ਼ਰੂਰੀ ਹੈ, ਬਿਕੋਜ਼ ਸਾਰਾ ਵਰਕਲੋਡ ਐਂਡ ਸਾਰਾ ਜਿਹੜਾ
ਸਾਈਕੋਲੋਜੀਕਲ ਪ੍ਰੈਸ਼ਰ ਹੈ ਉਹ ਤੇ ਅੰਦਰ ਤੇ ਆ ਰਿਹਾ ਹੁੰਦਾ। ਸੋ ਅਸੀਂ ਉਹਨਾਂ ਦੀ ਸੁੱਖ ਲਈ ਉਹਨਾਂ ਨੂੰ ਖਾਣਾ ਵੀ ਪ੍ਰੋਵਾਈਡ ਕਰਦੇ ਹਾਂ, ਦਵਾਈਆਂ ਪ੍ਰੋਵਾਈਡ ਕਰਦੇ ਹਾਂ, ਉਹਨਾਂ ਦੀ ਰੀਕ੍ਰੀਏਸ਼ਨ ਲਈ ਸਾਡੇ ਕੋਲ ਜਿਮ ਹੈ, ਸਾਡੇ ਕੋਲ ਗੇਮਸ ਹੈ, ਲਾਂਡਰੀ ਵੀ ਅਸੀਂ ਹੀ ਪ੍ਰੋਵਾਈਡ ਕਰਦੇ ਹਾਂ। ਸਾਡੇ ਕੋਲ ਬੜੇ ਐਕਸਪਰਟ ਕਾਉਂਸਲਰਸ ਐਂਡ ਬੜੇ ਐਕਸਪੀਰੀਅੰਸ ਸਾਈਕੈਟ੍ਰਿਸਟ ਹੈ ਕਿ ਜੋ ਕਿ ਬੜੇ ਪਿਆਰ ਨਾਲ ਪੂਰੀ ਐਮਪਥੀ ਨਾਲ ਪੇਸ਼ੈਂਟ ਨੂੰ ਦੇਖਦੇ ਆ ਤੇ ਉਹਨਾਂ ਨੂੰ ਪੂਰਾ ਸੁੱਖ ਪ੍ਰੋਵਾਈਡ ਕਰਦੇ ਆ। ਸਾਡੇ ਕੋਲ ਪੂਰੀ ਵੈਲ ਇਕਵਿਪਡ ਕੰਪਿਊਟਰਾਈਜ਼ਡ ਲੈਬ ਹੈ ਗੁਪਤਾ ਮੈਡੀਕਲ ਲੈਬ ਕਰਕੇ, ਜਿਸ 'ਚ ਅਸੀਂ ਸਾਰੇ ਟੈਸਟ ਥਰੂ ਕੰਪਿਊਟਰ ਕਰਦੇ ਹਾਂ। ਫੁੱਲੀ ਆਟੋਮੈਟਿਕ ਮਸ਼ੀਨਸ ਹੈ। ਹੁਣ ਜੇ ਇੱਕ ਪੇਸ਼ੈਂਟ ਨੂੰ ਸਪੋਜ਼ਿੰਗ ਡਿਪਰੈਸ਼ਨ ਹੈ, ਅਸੀਂ ਉਸੇ ਖਾਲੀ ਡਿਪਰੈਸ਼ਨ ਠੀਕ ਕਰੀ ਜਾ ਰਹੇ ਹਾਂ, ਬਟ ਅੰਡਰਲਾਈਨ ਕਾਰਨ ਕੀ ਹੈ ਉਹ ਸਾਨੂੰ ਪਤਾ ਹੀ ਨਹੀਂ ਹੈ। ਹੁਣ ਦੇਖੋ ਜੇ ਥਾਇਰੋਇਡ ਵਧੀਆ ਤਾਂ ਵੀ ਡਿਪਰੈਸ਼ਨ ਪੇਸ਼ੈਂਟ ਆਏਗਾ, ਜੇ ਵਿਟਾਮਿਨ ਡੀ ਘੱਟ ਹੈ ਤਾਂ ਵੀ ਡਿਪਰੈਸ਼ਨ ਨਾਲ ਪੇਸ਼ੈਂਟ ਆਏਗਾ, ਜੇ ਉਹਨੂੰ ਕੋਈ ਹੋਰ ਬਿਮਾਰੀ ਹੈ, ਕੋਈ ਕੈਂਸਰ ਹੈ ਜਾਂ ਕੋਈ ਹਾਰਟ ਪ੍ਰੋਬਲਮ ਹੈ, ਉਹ ਵੀ ਐਸ ਡਿਪਰੈਸ਼ਨ ਪ੍ਰੋਜੈਕਟ ਕਰਦੀ ਹੈ। ਸੋ ਬਲੱਡ ਦੇ ਟੈਸਟ ਹੋਣੇ ਬਹੁਤ ਜ਼ਰੂਰੀ ਹੈ। ਐਂਡ ਮੈਂ ਇਹ ਵੀ ਸੁਜੈਸਟ ਕਰਾਂਗੀ ਕਿ ਜਦੋਂ ਤੁਸੀਂ ਇੱਕ ਵਾਰੀ 30 ਸਾਲ ਤੋਂ ਉੱਪਰ ਹੋ ਜਾਓ ਤੇ ਹਰ ਸਾਲ ਆਪਣੇ ਇੱਕ ਜਨਰਲ ਪੈਰਾਮੀਟਰਸ ਟੈਸਟ ਜ਼ਰੂਰ ਕਰਵਾਓ, ਜਿਸ 'ਚ ਤੁਹਾਡਾ ਹਾਰਟ ਦਾ ਲਿਪਿਡ ਪ੍ਰੋਫਾਈਲ, ਫੈਟਸ ਕਿੰਨੀਆਂ ਉਹ ਹੋਣਾ ਚਾਹੀਦਾ ਹੈ, ਤੁਹਾਡਾ ਲਿਵਰ ਠੀਕ ਕੰਮ ਕਰਦਾ ਨਹੀਂ ਉਹ ਹੋਣਾ ਚਾਹੀਦਾ, ਤੁਹਾਡੀ ਕਿਡਨੀ ਠੀਕ ਕੰਮ ਕਰ ਰਹੀ ਕਿ ਨਹੀਂ, ਉਹ ਸਾਰਾ ਕੁਝ, ਵਿਟਾਮਿਨ ਡੀ, B12, ਇਹ ਸਾਰਾ ਕੁਝ ਟੈਸਟ ਹੋਣਾ ਚਾਹੀਦਾ। ਬਿਕੋਜ਼ ਅੱਜ ਕੱਲ੍ਹ ਅਸੀਂ ਧੁੱਪੇ ਨਿਕਲਦੇ ਨਹੀਂ ਤੇ ਜਿਹੜੀ ਮਾਡਰਨ ਲੇਡੀਜ਼ ਆ ਉਹ ਸਨਸਕ੍ਰੀਨ ਲਗਾ ਕੇ ਨਿਕਲਦੀਆਂ। ਸੋ ਵਿਟਾਮਿਨ ਡੀ ਦੀ ਕਮੀ ਅੱਜ ਕੱਲ੍ਹ ਬਹੁਤ ਪਾਈ ਗਈ ਹੈ, ਜਿਸ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਦੇਖੀਆਂ ਗਈਆਂ। ਸੋ 30 ਸਾਲ ਤੋਂ ਬਾਅਦ ਅਸੀਂ ਸਾਲ ਬਾਅਦ ਕਰਾਈਏ ਟੈਸਟ, ਪਰ ਜਦੋਂ ਅਸੀਂ 40 ਸਾਲ ਦੇ ਹੋ ਗਏ ਹਰ 6 ਮਹੀਨੇ ਬਾਅਦ ਕਰਾਈਏ, ਜਦੋਂ ਅਸੀਂ 50 ਸਾਲ ਦੇ ਹੋ ਗਏ ਹਰ 3 ਮਹੀਨੇ ਬਾਅਦ ਟੈਸਟ ਕਰਾਈਏ, ਤਾਂ ਕਿ ਸਾਨੂੰ ਪਤਾ ਚੱਲੇ ਕਿ ਨੋਰਮਲ ਸਰਕਮਸਟੈਂਸਿਸ 'ਚ ਸਾਡੇ ਰਿਕਾਰਡ ਕੀ ਸੀਗਾ, ਰਿਜ਼ਲਟਸ ਕੀ ਸੀ ਤੇ ਹੁਣ ਬਿਮਾਰੀ 'ਚ ਕੀ ਹੋ ਗਿਆ। ਸੋ ਸਾਨੂੰ ਆਪਣਾ ਖਿਆਲ ਪਹਿਲਾਂ ਸਭ ਤੋਂ ਜ਼ਿਆਦਾ ਆਪੇ ਰੱਖਣਾ ਚਾਹੀਦਾ। ਮੈਂ ਇੱਕ ਹੋਰ ਮੈਸੇਜ ਦੇਣਾ ਚਾਹਾਂਗੀ ਕਿ ਜੋ ਸਾਡਾ ਘਰ ਦੀ ਸਿਹਤ ਹੈ ਉਹ ਇੱਕ ਲੇਡੀ ਤੇ ਬਹੁਤ ਡਿਪੈਂਡੈਂਟ ਹੈ। ਜੇ ਘਰ ਦੀ ਲੇਡੀ ਖੁਸ਼ ਰਹੇਗੀ, ਤੰਦਰੁਸਤ ਹੋਏਗੀ, ਸਾਰੀ ਫੈਮਿਲੀ ਖੁਸ਼ ਰਹੇਗੀ। ਸੋ ਲੇਡੀਜ਼ ਨੂੰ ਆਪਣਾ ਖਿਆਲ ਸਪੈਸ਼ਲ ਰੱਖਣਾ ਚਾਹੀਦਾ, ਬਿਕੋਜ਼ ਲੇਡੀਜ਼ ਕੀ ਕਰਦੀਆਂ ਸਾਰੀ ਆਪਣੀ ਉਮਰ ਪਹਿਲਾਂ ਹਸਬੈਂਡ ਲਈ ਫਿਰ ਬੱਚਿਆਂ ਲਈ ਨਿਕਾਲ ਦਿੰਦੀਆਂ, ਐਂਡ ਬੱਚੇ ਵੱਡੇ ਹੋ ਕੇ ਆਪਣੀ ਲਾਈਫ 'ਚ ਬਿਜ਼ੀ ਹੋ ਜਾਂਦੇ ਨੇ। ਲੇਡੀਜ਼ ਦੀ ਬਿਕੋਜ਼ ਆਫ ਦ ਡਿਫਰੈਂਟ ਹਾਰਮੋਨਲ ਚੇਂਜਸ ਕਾਫੀ ਪ੍ਰੋਬਲਮਸ ਰਹਿੰਦੀਆਂ। ਸੋ ਉਹਨਾਂ ਨੂੰ ਆਪਣਾ ਡਾਇਟ ਐਂਡ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ। ਆਪਣੀ ਰੀਕ੍ਰੀਏਸ਼ਨ, ਆਪਣੇ ਆਪ ਨੂੰ खुश रखने लिए फ्रेंड्स बनाओ। दोस्तों मैं डॉक्टर अक्षत महाजन, कंसल्टेंट साइकेट्रिस्ट, डी एडिक्शन स्पेशलिस्ट, मानस हॉस्पिटल लुधियाना से। दर्शकों मैं इसके रिगार्डिंग बताना चाहूँगा कि मैं कौन कौन सी बीमारी के बारे में बताना चाहूँगा कि कौन कौन सी बीमारियाँ हम डील करते हैं। जैसे सबसे पहले होता है डिप्रेशन में। डिप्रेशन में ये होता है कि मन उदास रहना या रोने का मन करना, कोई नेगेटिव विचार आते हैं माइंड में, मन थकावट सा रहता है, भूख कम लगती है, भूख कई बार ज़्यादा लगती है। तो उसमें कई बार एक लक्षण होता है घबराहट के भी। कई बार घबराहट में बेचैनी होना, सिर भारा होना, दर्द होना, पैल्पिटेशन फील होती है। पर ये हमें देखना पड़ता है कि जैसे हमारे पास कोई पेशेंट आया है, हमें सबसे पहले देखना पड़ता है कि जैसे कोई एल्डरली है, एडल्ट में देखना पड़ता है, बच्चों में कि कारण सबसे पहले हमें देखना पड़ता है किसका कारण है। सपोज किसी को भी कोई नेगेटिव विचार है, उदासी है, कोई मेडिकल प्रॉब्लम है, साथ में कोई मेडिकल जैसे सपोज कोई शुगर की प्रॉब्लम हो गई है, बीपी की प्रॉब्लम है, हार्ट की प्रॉब्लम है, तो उसके बाद कोई किसी को डिप्रेशन की है, कोई नींद की समस्या जैसे हम डील करते हैं कि कईयों को नींद की प्रॉब्लम होती है। तो हमें देखना पड़ता है कि आजकल जैसे बच्चों में, यंगस्टर्स में, कि जैसे बिहेवियर प्रॉब्लम बहुत बढ़ रही हैं आजकल, कि जैसे बच्चे पेरेंट्स जैसे मोबाइल एक तो बहुत यूज़ करते हैं बहुत ज़्यादा, तो उसकी वजह से चिड़चिड़ापन, गुस्सापन बढ़ता है, इम्पल्सिव हो जाते हैं, शाउट करते हैं पेरेंट्स पे, हाथापाई करते हैं। तो एक और होता है कि जैसे कोई ड्रग्स का यूज़ करते हैं, तो उसका भी पेरेंट्स को इस चीज़ का थोड़ा ध्यान रखना चाहिए। तो एक और ये होता है कि सपोज अगर बहुत इम्पल्सिव जैसे हाइपर है, गुस्सा है, जैसे बच्चे आजकल किसी पेरेंट्स की बात नहीं सुनते, मोबाइल बहुत ज़्यादा यूज़ करते फ्रिक्वेंटली, तो उसमें भी एक होता है। प्लस एक और होता है जैसे जैसे घर पे रहते हैं या सोसाइटी, जैसे बाहर फ्रेंड्स वगैरह है इनके, तो वहाँ पे गलत संगत में चले जाते हैं, तो पेरेंट्स उस चीज़ का भी उनको ध्यान रखना चाहिए। और जैसे कई बार क्या होता है कि एंग्जाइटी में भी जैसे किसी को प्रॉब्लम है, घबराहट है, बेचैनी है, पर हमें देखना पड़ता है कि कोई मेडिकल प्रॉब्लम जैसे हार्ट की कोई प्रॉब्लम हो सकती है। कभी जैसे हमारे पास कोई पेशेंट है, हमें कहते हैं कि हमें एंग्जाइटी हो रही है, पर हमें देखना पड़ता है कि कब से एंग्जाइटी प्रॉब्लम हो रही है, ड्यूरेशन हमने देखना पड़ता है कब से है। सपोज कोई एल्डरली पेशेंट है, वो कहते हैं हमें एंग्जाइटी, हार्ट की प्रॉब्लम है, साथ में बीपी की है, उनको कहते हैं कि हमें पैल्पिटेशन, घबराहट हो रही है, पर हमें देखना पड़ता है कि कब से प्रॉब्लम स्टार्ट हो रही है। तो द प्रॉब्लम इज एक्यूट, बिकॉज कई प्रॉब्लम जैसे बीपी की वजह से भी प्रॉब्लम आ जाती है,
या कई बार जैसे हार्ट की वजह से एंजाइटी हो रही, घबराहट हो रही है। और आजकल ये होता है कि जैसे यंगस्टर्स में भी जैसे कोई चीज़ का जैसे कोई स्ट्रेस है, कोई ब्रेकअप इश्यूज हो रहे हैं आजकल, या जैसे मैरिटल प्रॉब्लम्स होती हैं आजकल बहुत ज़्यादा, तो उसकी वजह से एकदम स्ट्रेस बढ़ रहा है। और प्लस इतनी प्रेशर, जैसे पेरेंट्स का भी प्रेशर होता है कि इस चीज़ का बच्चे आजकल प्रॉब्लम दिक्कत आती है, जैसे एंजाइटी, घबराहट वगैरह बहुत बढ़ रही है आजकल। तो उसकी वजह से दिक्कत, बंदे को परेशानी आ रही है, दिक्कतें बढ़ रही हैं। तो उस चीज़ का ये होता है कि जैसे हमने एक और चीज़ का होता है, जैसे हम बच्चों में भी हम इलाज करते हैं। जैसे एक बीमारी होती है बच्चों में ADHD का। ADHD में होता है कि जैसे बच्चा एक जगह टिक के ना बैठना, जिसको हम कहते हैं हाइपर एक्टिव डिसऑर्डर जैसे बीमारी होती है। या एक होती है कि ऑटिस्टिक बीमारी होती है, जैसे बच्चा बड़ा इम्पल्सिव है, गुस्सा है, शाउट कर रहा है, तो उसमें दिक्कतें ऐसे बढ़ जाती है। पर ये हम इस चीज़ में बीमारी करते हैं। अब एक होती है बीमारी जिसमें हम कहते हैं कि अपने आप बड़बड़ाना, शक करना, गुस्सा करना, हाइपर होना, या कोई आवाज़ें सुनाई देती है, जिसको हम कहते हैं स्किज़ोफ्रेनिया की एक बीमारी होती है। तो बाकी हम एडिक्शन में भी हम डील करते हैं, कोई अल्कोहल की होगी एडिक्शन वगैरह, स्मोकिंग वगैरह की, हम उस चीज़ का भी हम इलाज करते हैं। तो और भी नशे हैं, जैसे हम इस चीज़ का इलाज करते हैं, हम यहाँ पे फैसिलिटी होती है हमारे यहाँ पे। प्लस और एक होता है कि हम यहाँ पे पेशेंट, जैसे OPD में पेशेंट आते हैं हमारे पास, और जैसे कोई हम एडमिशन करने हैं पेशेंट्स के, तो हमें उस चीज़ का भी हम प्रॉपर फैसिलिटी करते हैं। जैसे कि हमने कोई काउंसलिंग करवानी है, पर ये डिपेंड करता है कि जैसे सपोज जैसे हमारे पास कोई भी आया है, हम देखना पड़ता है, असेस करना पड़ता है कि एवरी वन डजन नीड एनी मेडिसिन, कि मेडिसिन के बगैर भी एक होता है इलाज, जैसे हम कहते हैं काउंसलिंग वगैरह, जिसको हम कहते हैं CBT वगैरह, जिस कॉग्निटिव बिहेवियर थेरेपी होती है, जिसमें हम, तो वो भी पहले हम देखते हैं, असेस करेंगे, फिर उसके बाद वी हैव टू असेस द प्रॉब्लम टू जैसे काउंसलर वगैरह असेस करते हैं कि प्रॉब्लम, हमें उनकी काउंसलिंग सेशंस करवाने चाहिए। और उसके बाद फिर हमें देखना पड़ता है कि मेडिसिन वगैरह का रोल रहता है कि हमें ज़रूर पड़ते हमें मेडिसिन देनी चाहिए। ऐसा नहीं है कि हम हर पर्सन पे डिपेंड करता है कि वी हैव टू स्टार्ट द मेडिसिन। अगर हमारे पास बड़ा सीवियर केस के, डिप्रेशन के केस आते हैं, एंजाइटी के आते हैं, डेफिनेटली हमें उन पे पहले मेडिसिन का रोल होता ही है कि हमें देनी पड़ती है। तो इस चीज़ का भी प्रॉब्लम होती है। और बाकी हम जैसे काउंसलिंग वगैरह हम करते हैं, या फिर हमारे फैसिलिटी वगैरह से हम एडमिट करते हैं पेशेंट को भी, प्रॉपर ट्रीटमेंट जैसे एक होती है रेगुलरली, जैसे साइकेट्रिस्ट विजिट करते हैं, काउंसलर विजिट करते हैं, थेरेपीज होती है, रिलैक्सेशन थेरेपीज है, हमारे ब्रेन थेरेपीज होती हैं यहाँ पे। और एक और भी तरह की जैसे JPMR होती है, मसल रिलैक्सेशन बॉडी की, उस चीज़ की भी हम रिलैक्सेशन टेक्निक्स होती हैं हम यहाँ पे, तो हम करते हैं। प्लस और भी कोई प्रॉब्लम होती है पेशेंट विजिट टू विजिट, जैसे हमने देखना पड़ता है कि सपोज कोई पेशेंट को प्रॉब्लम आ रही है, कोई दिक्कत आती है, कोई कुछ भी, सपोज नींद की समस्या है, घबराहट हो रही है, बेचैनी हो रही है, सिर में दर्द हो रहा है, तो हम उस चीज़ का प्रॉपर हमने देखना होता है, इस चीज़ का हम ट्रीटमेंट करते हैं। तो यहाँ पे इस चीज़ का हम प्रॉपर इलाज करते हैं, जो इस चीज़ में मैं बताना चाहूँगा सर। थैंक यू। तो दोस्तों हम बात करते हैं कि साइकोलॉजी का क्या इम्पोर्टेंस रहती है हमारे डेली रोज़मर्रा की एक्टिविटीज़ के अंदर। साइकोलॉजी एक बेसिकली काउंसलिंग सेशंस के बिहाफ पे हम आइडिया दे सकते हैं कि हमारे रूटीन के अंदर हम छोटी छोटी ऐसी कौन सी गलतियां करते हैं जिसकी वजह से हम फर्दर डिप्रेशन, एंजाइटी की तरफ मुड़ जाते हैं। बेसिकली अगर हम बात करें कि काउंसलिंग हमें कैसे हेल्प करता है, इसके नंबर ऑफ सेशंस होते हैं। नंबर ऑफ सेशंस आपके साइकोलॉजिस्ट और साइकेट्रिस्ट डॉक्टर ही आपको गाइड कर सकते हैं। इनमें कुछ टेक्निक्स होती है, कुछ पैटर्न होते हैं जिसको फॉलो करके हम अपने डेली रूटीन की एक्टिविटीज़ को बदल सकते हैं, और जिससे कि हमें अपनी लाइफ के अंदर आगे बढ़ने में हेल्प मिलती है। एग्जाम्पल के तौर पे अगर हम बात करें कि सुबह उठने के एग्जाम्पल को ही हम ले लें कि हम 5 मिनट और सो लेते हैं। अब 5 मिनट और सोने के बिहाफ में हम बात करें तो देखा जाए तो 5 मिनट में ऐसा क्या हो जाएगा कि हम 5 मिनट में कितनी अच्छी नींद ले लेंगे। अब ये छोटे छोटे बिहेवियर हैं जिसकी वजह से हमारे अंदर लेजीनेस, लेथार्जीनेस आ जाती है। तो इन सब की सॉल्यूशन के लिए काउंसलिंग सेशंस जो साइकोलॉजी के बिहाफ पे हम करते हैं, जो हम CBT कॉग्निटिव बिहेवियर थेरेपी के बिहाफ पे करते हैं, इससे हम उनको रिलीफ और इम्प्रूवमेंट करवा सकते हैं। अपार्ट फ्रॉम दैट अगर हम बात करें कि जैसे डिप्रेशन के अंदर अगर पर्सन चला गया है तो उसके अंदर हम कैसे हेल्प कर सकते हैं, तो CBT टेक्निक होती है, मेटाकोग्निटिव थेरेपी होती है, बिहेवियर थेरेपी होती है। डिपेंड करता है कि पर्सन की बिहेवियर को समझ के उसके अकॉर्डिंग हम उसके इंटरवेंशन यानी कि उसके ट्रीटमेंट को आगे प्लान कर सकते हैं। जहाँ तक कि काउंसलिंग की बात है उतनी ही इम्पोर्टेंट है जितनी इम्पोर्टेंट इसके साथ मेडिसिन है। मेडिसिन एज पर द suggested by psychiatric doctor, and counseling session as per the suggested by psychologist, counseling psychologist. Thank you so much. मैं अनिल देवासर मानस हॉस्पिटल का मैनेजर हूँ।
ये हॉस्पिटल जो है दिमाग की सभी बीमारियों का यहाँ पर इलाज करते हैं, जैसे कि एपिलेप्सी हो गई या सिर की कोई भी बीमारियाँ हो गई, दिमागी बीमारियाँ हो गई। उसके बाद में जो भी किसी भी प्रकार का जो नशा है, ये उसको छुड़ाने के लिए ये गवर्नमेंट का अप्रूव्ड हॉस्पिटल है। यहाँ पर पेशेंट को दाखिल भी किया जाता है और ओपीडी में भी पेशेंट को दवाइयाँ दी जाती हैं। हमारे पास हर तरह के स्पेशलिस्ट डॉक्टर्स यहाँ पर